ਸਰ ਪ੍ਰਭ ਸ਼ਰਨਵੀਰ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿੰਨ ਸਾਹਿਬ ਬਹੁਤ-ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਮੈਨੂੰ ਮੌਕਾ ਦਿੱਤਾ। ਸ਼ੁਕਰੀਆ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਸਾਨੂੰ, ਸਾਡੇ ਸੁਣਨ ਵਾਲਿਆਂ ਨੂੰ ਇਸ 1984 ਦੇ ਘੱਲੂਘਾਰੇ ਬਾਰੇ ਕੀ ਦੱਸ ਸਕਦੇ ਹੋ? ਦੇਖੋ ਜੀ, ਪਹਿਲਾ ਸਵਾਲ ਤਾਂ ਜਿਹੜਾ ਤੁਸੀਂ ਵੀ ਖੜਾ ਕੀਤਾ ਉਹ ਇਹ ਹੈ ਕਿ ਆਖਰਕਾਰ ਇਹ ਐਡੀ ਵੱਡੀ ਤਰਾਸਦੀ ਵਾਪਰੀ ਕਿਉਂ? ਇਹ ਸਾਡੇ ਸਾਹਮਣੇ ਅਜੇ ਸਵਾਲ ਖੜਾ ਹੈ। ਤੇ ਜਿਹੜੀ ਪੰਜਾਬ ਦੀ ਇੰਟੈਲੈਕਚੁਅਲ, ਖਾਸ ਕਰਕੇ ਸੈਕੂਲਰ ਲਿਬਰਲ ਜਿਹੜੀ ਇੰਟੈਲੈਕਚੁਅਲ ਇਲੀਟ ਹੈ ਪੰਜਾਬ ਦੀ, ਉਹਨੇ ਨਾ ਤਾਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਇਮਾਨਦਾਰੀ ਨਾਲ, ਸਗੋਂ ਉਹਨਾਂ ਨੇ ਝੂਠੇ ਜਵਾਬ ਇਹਦੇ ਦੇਣ ਦੀ ਕੋਸ਼ਿਸ਼ ਕੀਤੀ। ਸੋ ਮੇਰੀ ਬੇਨਤੀ ਹੈ ਕਿ ਕਈ ਵਾਰੀ ਜਿਹੜੇ ਵੱਡੀਆਂ ਇਤਿਹਾਸਕ ਤਰਾਸਦੀਆਂ ਹੁੰਦੀਆਂ, ਵੱਡੇ ਇਤਿਹਾਸਕ ਸਾਕੇ ਹੁੰਦੇ ਆ, ਉਹਨਾਂ ਨੂੰ ਸਿਰਫ ਉਹਨਾਂ ਦੇ ਤਤਕਾਲੀ ਜਿਹੜਾ ਪੋਲੀਟੀਕਲ ਕੌਨਟੈਕਸਟ ਹੈ ਉਸ ਵੇਲੇ ਦਾ, ਉਹਦੇ ਸੰਦਰਭ 'ਚ ਇਕੱਲਾ ਨਹੀਂ ਰੱਖ ਕੇ ਵੇਖਣਾ ਚਾਹੀਦਾ। ਉਹਦੇ ਪਿੱਛੇ ਕਈ ਵਾਰੀ ਕਲੈਕਟਿਵ ਅਨਕੌਂਸ਼ੀਅਸ ਡਿਜ਼ਾਇਰਸ ਵੀ ਕੰਮ ਕਰ ਰਹੀਆਂ ਹੁੰਦੀਆਂ। ਜਿਵੇਂ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਨੇ ਇਸ ਸਾਕੇ ਬਾਰੇ ਲਿਖਿਆ, ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾ ਲਿਆ ਹਾਏ 5 ਸਦੀਆਂ ਦਾ ਵੈਰ। ਸੋ ਇਹ 5 ਸਦੀਆਂ ਦਾ ਵੈਰ ਕੀ ਹੈ? 5 ਸਦੀਆਂ ਦਾ ਵੈਰ ਹੈ ਵੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਜਿਹੜੇ ਬ੍ਰਾਹਮਣਵਾਦੀ ਜਾਤ-ਪਾਤੀ ਸਿਸਟਮ ਹੈ, ਜਿਹੜਾ ਵਰਨ ਵੰਡ ਆ, ਉਹਦੇ ਤੇ ਜਿਹੜੀ ਸੱਟ ਵੱਜੀ ਹੈ, ਉਹ ਲਗਾਤਾਰ ਸਿੱਖ ਇਤਿਹਾਸ ਦੇ ਵਿੱਚ ਲਗਾਤਾਰ ਇਹ ਵੈਰ ਹੈ ਜਿਹੜੇ ਰੂਪ ਵਟਾ ਕੇ ਸਾਹਮਣੇ ਆਉਂਦਾ ਸੀ। 1947 ਦੇ ਵਿੱਚ ਜਦੋਂ ਜਿਹੜੀ ਹਿੰਦੁਸਤਾਨ ਦੀ ਰਾਜਨੀਤਿਕ ਸੱਤਾ ਜਿਹੜੀ ਉਹ ਹਿੰਦੂਆਂ ਦੇ ਹੱਥ ਦੇ ਵਿੱਚ ਆਈ, ਤਾਂ ਉਹਨਾਂ ਨੇ ਜਿਹੜੀ ਇਹ 5 ਸਦੀਆਂ ਦਾ ਵੈਰ ਹੈ ਜਿਹੜਾ, ਉਹਨੂੰ ਆਨੀ ਬਹਾਨੀ ਕੱਢਣਾ ਹੀ ਸੀ। ਤੇ ਇਸੇ ਕਰਕੇ ਦਰਬਾਰ ਸਾਹਿਬ ਦੇ ਵਿੱਚ ਇਹ ਬੇਸਿਕਲੀ, ਇਹ ਮੇਰੇ ਖਿਆਲ ਦੇ ਵਿੱਚ ਮੂਲ ਕਾਰਨ ਹੈ ਜਿਹੜਾ ਇਸ ਗੱਲ ਦਾ, ਉਹ ਇਹ ਬਣਿਆ। ਸੋ ਇਹ ਫਿਰ ਸਰਕਾਰ ਦੀ, ਉਸ ਵੇਲੇ ਦੀ ਮੌਜੂਦਾ ਸਰਕਾਰ ਦੀ, ਇਹ ਇੱਕ ਕਿਸਮ ਦਾ ਸਬਕ ਸਿਖਾਉਣ ਵਾਲੀ ਗੱਲ ਸੀ ਕਿ ਉਹ ਸਾਰੀ ਕੌਮ ਨੂੰ ਇੱਕ ਸ਼ੌਕ ਦੇਣਾ ਚਾਹੁੰਦੇ ਸੀ? ਇਹ ਪਾਵਰ ਪਲੇ ਸੀ? ਬਿਲਕੁਲ ਜੀ। ਦੇਖੋ, ਇੱਕ ਵਿਦਵਾਨ ਹੋਈ ਹੈ ਜੋਇਸ ਪੈਟੀਗ੍ਰਿਊ, ਉਹਨੇ ਇੱਕ ਕਿਤਾਬ ਲਿਖੀ ਸਿਕਸ ਆਫ ਦੀ ਪੰਜਾਬ। ਉਹਦੇ ਵਿੱਚ ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਵੀ ਇਹ ਜਿਹੜਾ ਹਮਲਾ ਹੋਇਆ ਦਰਬਾਰ ਸਾਹਿਬ ਤੇ 72 ਹੋਰ ਗੁਰਦੁਆਰਾ ਸਾਹਿਬਾਨਾਂ ਤੇ, ਇਹ ਕਿਸੇ ਪੋਲੀਟੀਕਲ ਮੂਵਮੈਂਟ ਜਾਂ ਪੋਲੀਟੀਕਲ ਫਿਗਰ ਨੂੰ ਦਬਾਉਣ ਵਾਸਤੇ ਬਿਲਕੁਲ ਨਹੀਂ ਸੀ। ਇਹ ਤਾਂ ਸਿੱਖਾਂ ਦੀ ਸਪਿਰਿਟ ਤੇ ਸੈਲਫ ਕੌਨਫੀਡੈਂਸ ਨੂੰ ਕ੍ਰਸ਼ ਕਰਨ ਵਾਸਤੇ ਸੀ। ਬਿਲਕੁਲ ਸੱਚੀ ਗੱਲ ਹੈ। ਜੇ ਸਿਰਫ ਜਿਹੜਾ, ਦੇਖੋ, ਜਿਹੜੇ ਬਹਾਨੇ ਦਿੱਤੇ ਗਏ, ਇਹ ਸੰਤ ਉੱਥੇ ਚਲੇ ਗਏ ਸੀ, ਉਹਨਾਂ ਨੇ ਉੱਥੇ ਹਥਿਆਰ ਜਮਾ ਕੀਤੇ ਸੀ, ਉੱਥੋਂ ਗੈਰ ਕਾਨੂੰਨੀ ਗਤੀਵਿਧੀਆਂ ਚੱਲਦੀਆਂ ਸੀ, ਇਹ ਸਾਰੇ ਬਹਾਨੇ ਆ ਜਿਹੜੇ ਉਹ ਝੂਠੇ ਆ। ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ 6ਵੇਂ ਪਾਤਸ਼ਾਹ ਨੇ ਜਦੋਂ ਸਥਾਪਨਾ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਪਹਿਲਾ ਹੁਕਮਨਾਮਾ ਜਿਹੜਾ ਜਾਰੀ ਹੋਇਆ ਉਹ ਇਹ ਹੋਇਆ ਕਿ ਇੱਥੇ ਸ਼ਸਤਰ ਲੈ ਕੇ ਆਓ। ਸੋ ਉਸ ਜਗ੍ਹਾ ਤੇ ਸ਼ਸਤਰ ਆ ਜਿਹੜੇ ਉਹ ਰੱਖਣੇ ਬਿਲਕੁਲ ਵੀ ਗਲਤ ਨਹੀਂ ਸੀ। ਦੂਸਰੀ ਗੱਲ ਆ ਵੀ ਜਿਹੜਾ ਸਿੱਖ, ਉਹਦੇ ਵਿੱਚ ਵੀ ਇਹਦੇ ਹਵਾਲੇ ਮਿਲਦੇ ਆ ਵੀ ਜਦੋਂ ਵੀ ਕਿਤੇ ਕੋਈ ਭੀੜ ਬਣੀ ਆ ਤਾਂ ਸਿੰਘਾਂ ਨੇ ਉੱਥੇ ਗੁਰੂ ਧਾਮਾਂ ਦੀ ਰਾਖੀ ਕਰਦਿਆਂ ਸ਼ਹਾਦਤਾਂ ਦਿੱਤੀਆਂ। ਜਿਵੇਂ ਆਪਣਾ ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਹੋਏ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ, ਤੇ ਉਹਨਾਂ ਨੇ ਉੱਥੇ ਲੜ ਕੇ ਸ਼ਹਾਦਤ ਦਿੱਤੀ। ਸੋ ਉਹਦੇ ਹਵਾਲੇ ਮਿਲਦੇ। ਤੀਜੀ ਗੱਲ ਜਿਹੜੀ ਜਿੱਥੋਂ ਆਪਾਂ ਨੂੰ ਸਰਕਾਰ ਦੀ ਇੰਟੈਂਸ਼ਨ ਪਤਾ ਲੱਗਦੀ ਆ, ਉਹ ਇਹ ਹੈ ਵੀ ਹਮਲਾ ਜਿਹੜਾ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀਂ ਹੋਇਆਗਾ, ਹਮਲਾ ਤਾਂ ਜਿਹੜਾ ਸਾਰੇ ਪੰਜਾਬ ਦੇ ਵਿੱਚ ਹੋਰ ਅਨੇਕਾਂ ਗੁਰਧਾਮਾਂ ਤੇ 72 ਦੇ ਕਰੀਬ ਮੇਰੇ ਖਿਆਲ ਦੇ ਵਿੱਚ ਗੁਰਧਾਮਾਂ ਤੇ ਹੋਇਆ। ਤੇ ਉੱਥੇ ਜਿਹੜੀ ਆਮ ਸੰਗਤ ਜਿਹੜੀ ਜਮਾ ਹੋਈ ਵੀ ਸੀ ਗੁਰਪੁਰਬ ਦੇ ਕਰਕੇ, ਉਦੋਂ ਵੀ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ। ਜਿਵੇਂ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਉੱਥੇ ਮੇਰੇ ਖਿਆਲ 55 ਦੇ ਸਿੱਖ, 55 ਦੇ ਕਰੀਬ ਸਿੱਖ ਜਿਹੜੇ ਔਰਤਾਂ ਤੇ ਬੱਚਿਆਂ ਦੇ ਸਮੇਤ ਉਹਨਾਂ ਨੂੰ ਫੌਜ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ ਬਹੁਤ ਬੇਰਹਿਮੀ ਨਾਲ। ਹਾਲਾਂਕਿ ਉੱਥੇ ਅੰਦਰ ਕੋਈ ਬੰਦੇ ਲੜਨ ਵਾਲੇ ਹੈ ਵੀ ਨਹੀਂ ਸੀਗੇ। ਸੋ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਬਹਾਨੇ ਦਿੱਤੇ ਗਏ ਉਹ ਸਿਰਫ ਬਹਾਨੇ ਹੀ ਸੀ। ਤੇ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟੇ ਆ ਕਿ ਤਿਆਰੀ ਤਾਂ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ। ਤਿਆਰੀ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਅਜੇ ਸੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀਂ ਸੀ ਗਏ। ਅੱਛਾ, ਇੱਕ ਗੱਲ ਹੋਰ ਆ ਪ੍ਰਭ ਸਿਮਰਨ ਜੀ, ਵੀ ਜੇ ਉਹ ਦਹਿਸ਼ਤ ਪਾਉਣੀ ਚਾਹੁੰਦੇ ਸਨ, ਸਹਿਮ ਬਿਠਾਉਣਾ ਚਾਹੁੰਦੇ ਸਨ ਸਮੁੱਚੀ ਸਿੱਖ ਕੌਮ ਦੇ ਮਨਾਂ ਦੇ ਵਿੱਚ, ਉਹਨਾਂ ਦੇ ਦਿਲਾਂ ਦੇ ਵਿੱਚ, ਪਰ ਮੈਨੂੰ ਲੱਗਦਾ ਉਹ ਕਾਮਯਾਬ ਨਹੀਂ ਹੋਏ।
18 19 ਸਾਲ ਦੇ ਅੰਦਾੜੀਏ ਮੁੰਡੇ ਬੰਦੂਕਾਂ ਚਲਾਉਂਦੇ ਸ਼ਹੀਦ ਹੋਏ ਨੇ ਔਰ ਉਹਨਾਂ ਨੇ ਪਰਵਾਹ ਨਹੀਂ ਕੀਤੀ। ਜਿਹੜੀ ਆਲ ਮਾਈਟੀ ਇਹ ਏਡੀ ਵੱਡੀ ਸ਼ਕਤੀਸ਼ਾਲੀ ਫੌਜ ਨੇ ਆ ਕੇ ਹਮਲਾ ਕੀਤਾ ਸੀ, ਲੋਕਾਂ ਦੇ ਮਨਾਂ 'ਚ ਦਹਿਸ਼ਤ ਤੇ ਪੈਦਾ ਨਹੀਂ ਹੋਈ। ਈਵਨ ਇਸ ਤੋਂ ਬਾਅਦ ਵੀ ਜਦੋਂ ਇਹ ਹਮਲਾ ਹੋ ਚੁੱਕਾ ਸੀ, ਲੋਕ ਸ਼ਹੀਦ ਹੋ ਚੁੱਕੇ ਸਨ, ਫੌਜ ਚਲੀ ਵੀ ਗਈ ਤੇ ਉਸ ਤੋਂ ਬਾਅਦ ਕਰਫਿਊ ਵਗੈਰਾ ਲੱਗਦੇ ਰਹੇ, ਲੋਕਾਂ ਦੀ ਐਕਟੀਵਿਟੀ ਦੇ ਵਿੱਚ ਫਰਕ ਨਹੀਂ ਆਇਆ, ਸਗੋਂ ਲੋਕ ਹੋਰ ਪ੍ਰਚੰਡ ਹੋ ਗਏ। ਮੈਂ ਤਾਂ ਇਹ ਮਹਿਸੂਸ ਕਰਦਾ ਵੀ ਉਹ ਜਿਹੜੀ ਉਸ ਤੋਂ ਪਿੱਛੋਂ ਲਹਿਰ ਚੱਲੀ ਉਹ ਇਸ ਦਾ ਹੀ ਨਤੀਜਾ ਸੀ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਦੇਖੋ ਸਮੇਂ-ਸਮੇਂ ਤੇ ਸਾਰਾ ਸਿੱਖ ਇਤਿਹਾਸ ਇਸ ਗਵਾਹੀ ਨਾਲ ਭਰਿਆ ਪਿਆ ਕਿ ਸਮੇਂ-ਸਮੇਂ ਤੇ ਤਾਕਤਾਂ ਨੇ ਸਿੱਖਾਂ ਨੂੰ ਡਰਾਉਣ ਦੀ, ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਿੰਨੀ ਵੀ ਜ਼ਿਆਦਾ ਇਹ ਕੋਸ਼ਿਸ਼ ਹੋਈ, ਸਿੱਖ ਉਨੇ ਹੀ ਜ਼ੋਰ ਨਾਲ ਦੁਬਾਰਾ ਉੱਠਦੇ ਰਹੇ ਆ। ਸੋ 1984 ਦੇ ਵਿੱਚ ਵੀ ਇਹੀ ਹੋਇਆ ਕਿ ਸਰਕਾਰ ਨੇ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਨਤੀਜਾ ਜਿਹੜਾ ਉਹ ਉਲਟ ਨਿਕਲਿਆ। ਉਹਦੇ ਜਿਹੜੀ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਜਿਹੜਾ ਉਹਦੇ ਜਵਾਬ ਦੇ ਵਿੱਚ ਜਿਹੜੀ ਲਹਿਰ ਚੱਲੀ, ਉਹ ਲਹਿਰ 20ਵੀਂ ਸਦੀ ਦੇ ਵਿੱਚ ਵੱਖੋ ਵੱਖਰੀਆਂ ਕੌਮਾਂ ਦੀਆਂ ਆਜ਼ਾਦੀ ਦੀਆਂ ਲਹਿਰਾਂ ਚੱਲੀਆਂ, ਜਿਹੜੀਆਂ ਬਹੁਤ ਸਾਰੀਆਂ ਚੱਲੀਆਂ, ਜਿਵੇਂ ਫਲਸਤੀਨ, ਕਸ਼ਮੀਰ, ਹੋਰਾਂ ਥਾਵਾਂ ਤੇ। ਉਹਨਾਂ ਨਾਲੋਂ ਲਗਭਗ ਬਹੁਤੀਆਂ ਲਹਿਰਾਂ ਨਾਲੋਂ ਕਾਫੀ ਜ਼ਿਆਦਾ ਸ਼ਕਤੀਸ਼ਾਲੀ ਸੀ, ਬਹੁਤ ਤਾਕਤਵਰ ਲਹਿਰ ਸੀਗੀ। ਤੇ ਜਿਸ ਕਦਰ ਇਸ ਲਹਿਰ ਨੇ ਹਾਲਾਤ ਆ ਜਿਹੜੇ ਉਹ ਉਸ ਲਹਿਰ ਦੇ ਪੱਖ 'ਚ ਨਾ ਹੋਣ ਦੇ ਬਾਵਜੂਦ ਵੀ ਜਿੰਨੀਆਂ ਪ੍ਰਾਪਤੀਆਂ ਕੀਤੀਆਂ, ਮੇਰੇ ਖਿਆਲ 'ਚ ਉਹ ਕਾਫੀ ਮਿਸਾਲੀ ਗੱਲ ਹੈ। 20ਵੀਂ ਸਦੀ ਦੇ ਵਿੱਚ ਉਹ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਪਰ ਇੱਕ ਫੈਸਲੇ ਦੀ ਸਮਝ ਨਹੀਂ ਆਉਂਦੀ ਹਾਲੇ ਵੀ ਕਿ ਜੇ ਉਹਨਾਂ ਨੇ ਇਸ ਕਿਸਮ ਦਾ ਇਹ ਹਮਲਾ ਕਰਨਾ ਹੀ ਸੀ ਤੇ 3 ਜੂਨ ਦਾ ਦਿਨ ਕਿਉਂ ਚੁਣਿਆ ਗਿਆ, ਜਦੋਂ ਉੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮਨਾਇਆ ਜਾਣਾ ਸੀ। ਉਹਨਾਂ ਨੂੰ ਪਤਾ ਸੀ ਕਿ ਇੱਥੇ ਇਨੋਸੈਂਟ ਲੋਕਾਂ ਨੇ, ਸ਼ਰਧਾਲੂਆਂ ਨੇ ਮੱਥਾ ਟੇਕਣ ਆਉਣਾ, ਤੇ ਉਹ ਸ਼ਰੇਆਮ ਇਹ ਕਹਿ ਰਹੇ ਸੀ ਕਿ ਅਸੀਂ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਫੜਨਾ ਚਾਹੁੰਦੇ ਹਾਂ। ਹਾਂਜੀ, ਬਿਲਕੁਲ ਇੱਥੋਂ ਵੀ ਸਰਕਾਰ ਦੀ ਇੰਟੈਂਸ਼ਨ ਪਤਾ ਲੱਗਦੀ ਹੈ। ਉਹਨਾਂ ਨੇ ਬਿਲਕੁਲ ਇਹ ਇੰਟੈਂਸ਼ਨ ਸੀ ਕਿ ਵੱਧ ਤੋਂ ਵੱਧ ਸਿੱਖ ਮਾਰੇ ਜਾਣ ਤਾਂ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾ ਸਕੇ। ਨਹੀਂ ਤਾਂ ਜੇ ਹਮਲਾ ਕਰਨਾ ਹੀ ਸੀ ਫਿਰ ਹਫ਼ਤਾ 1-2 ਹਫ਼ਤੇ ਜਿਹੜਾ ਅੱਗੇ ਪਿੱਛੇ ਵੀ ਹੋ ਸਕਦਾ ਸੀ, ਪਰ ਇੰਟੈਂਸ਼ਨ ਇਹ ਨਹੀਂ ਸੀ। ਜਿਵੇਂ ਜੋਇਸ ਪੈਟੀਗਰਿਊ ਨੇ ਵੀ ਲਿਖਿਆ, ਇੰਟੈਂਸ਼ਨ ਇਹ ਨਹੀਂ ਸੀ। ਇੰਟੈਂਸ਼ਨ ਤਾਂ ਸਾਰੇ ਸਿੱਖਾਂ ਦਾ, ਸਿੱਖਾਂ ਨੂੰ ਸਮੂਹਕ ਤੌਰ ਤੇ ਸਜ਼ਾ ਦੇਣੀ ਸੀ, ਸਿੱਖਾਂ ਦੀ ਸਪਿਰਿਟ ਤੇ ਸੈਲਫ ਕੌਨਫੀਡੈਂਸ ਜਿਹੜਾ ਨੂੰ ਕ੍ਰਸ਼ ਕਰਨਾ ਸੀ। ਪਰ ਇਸ ਕੰਮ ਦੇ ਵਿੱਚ ਸਰਕਾਰ ਆ ਜਿਹੜੀ ਉਹ ਕਾਮਯਾਬ ਨਹੀਂ ਹੋ ਸਕੀ। ਹੁਣ ਉਸ ਤੋਂ ਬਾਅਦ ਤੁਹਾਡੇ ਵਰਗੇ ਪੜ੍ਹੇ ਲਿਖੇ ਮੁੰਡਿਆਂ ਨੇ ਤੇ ਹੋਰ ਬਹੁਤ ਸਾਰੀਆਂ ਪੁਸਤਕਾਂ, ਇਨਫੋਰਮੇਸ਼ਨ ਆਈ, ਜਦੋਂ ਸਾਰੀ ਜਾਣਕਾਰੀ ਹੋਈ, ਡਸਟ ਸੈਟਲ ਹੋਣ ਤੋਂ ਪਿੱਛੋਂ ਸਿਰ ਜੋੜ ਕੇ ਜਦੋਂ ਸਿੱਖ ਬੈਠੇ ਤਾਂ ਉਹਨਾਂ ਨੇ ਕਈ ਕਿਸਮ ਦੇ ਨਤੀਜੇ ਕੱਢੇ ਨੇ। ਤੁਹਾਡੇ ਖਿਆਲ ਦੇ ਮੁਤਾਬਕ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੀ ਸੋਚਦੀ ਸੀ, ਇਹ ਕੀ ਸੋਚ ਕੇ ਇਹ ਹੁਕਮ ਲਾਗੂ ਕੀਤੇ ਗਏ? ਦੇਖੋ, ਜਿਹੜੀ ਇੰਦਰਾ ਗਾਂਧੀ ਦੀ ਥਿੰਕਿੰਗ ਸੀਗੀ ਕਿ ਜਿਹੜੀ ਮੈਜੋਰਟੀ ਹਿੰਦੂ ਕਮਿਊਨਿਟੀ ਆ ਉਹਨੂੰ ਉਹਦੀ ਹਮਦਰਦੀ ਲੈ ਕੇ ਤੇ ਉਹਦੀਆਂ ਵੋਟਾਂ ਲੈਣੀਆਂ, ਉਹਨੂੰ ਦੱਸਣਾ ਹੈ ਕਿ ਦੇਖੋ ਮੈਂ ਜਿਹੜਾ ਵੀ ਇੰਡੀਆ ਦਾ ਦੁਸ਼ਮਣ ਪਹਿਲਾਂ ਤਾਂ ਇੱਕ ਕਿਸੇ ਨੂੰ ਬਣਾ ਕੇ ਪੇਸ਼ ਕਰਨਾ ਤੇ ਫਿਰ ਉਹਨੂੰ ਮਾਰ ਕੇ ਉਹਨਾਂ ਦੀ ਬੱਲੇ ਬੱਲੇ ਲੈਣੀ ਹੈ। ਇਹ ਅੱਜ ਵੀ ਚੱਲ ਰਿਹਾ ਇੰਡੀਆ ਦੇ ਵਿੱਚ। ਹੁਣ ਜਿਹੜੀ ਗੱਲ ਪ੍ਰੋਬਲੇਮੈਟਿਕ ਹੈ ਤੇ ਜਿਹੜੀ ਕੋਈ ਕਰਦਾ ਨਹੀਂ ਗਾ, ਉਹ ਇਹ ਹੈ ਕਿ ਕਈ ਵਾਰੀ ਅਸੀਂ ਜਦੋਂ ਅਸੀਂ ਇਹੋ ਜਿਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਨਾ, ਅਸੀਂ ਕਈ ਵਾਰੀ ਇਹ ਕਹਿ ਦਿੰਦੇ ਹਾਂ ਕਿ ਦੇਖੋ ਜੀ ਲੀਡਰ ਆ ਜਿਹੜੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਆ। ਮੇਰੇ ਖਿਆਲ ਦੇ ਵਿੱਚ ਗੱਲ ਉਲਟ ਹੈ। ਲੀਡਰ ਹੈ ਜਿਹੜਾ ਉਹ ਆਮ ਲੋਕਾਂ ਦੀਆਂ ਜਿਹੜੀਆਂ ਦੱਬੀਆਂ ਹੋਈਆਂ ਖਾਹਿਸ਼ਾਂ ਉਹਨਾਂ ਦੀ ਪੂਰਤੀ ਦਾ ਸਾਧਨ ਹੁੰਦਾ। ਇੰਡੀਆ ਦੀ ਵੱਡੀ ਸਮੱਸਿਆ ਇਹ ਹੈ ਕਿ ਇੰਡੀਆ ਦੇ ਵਿੱਚ ਮੈਜੋਰਟੀ ਕਮਿਊਨਿਟੀ ਦੇ ਅੰਦਰ ਘੱਟ ਗਿਣਤੀਆਂ ਨੂੰ ਮਾਰਨ ਦੀ, ਉਹਨਾਂ ਨੂੰ ਬੇਪਤ ਕਰਨ ਦੀ ਇੱਕ ਬਹੁਤ ਡੂੰਘੀ ਖਾਹਿਸ਼ ਦੱਬੀ ਹੋਈ ਹੈ। ਤੇ ਉਹ ਕਦੇ ਇੰਦਰਾ ਗਾਂਧੀ ਰਹੀ, ਕਦੇ ਮੋਦੀ ਰਾਹੀਂ, ਕਦੇ ਕਿਸੇ ਹੋਰ ਰਾਹੀਂ ਉਹ ਖਾਹਿਸ਼ ਆਪਦੀ ਪੂਰੀ ਕਰਦੇ ਰਹਿੰਦੇ ਆ। ਸੋ ਇਹ ਗੱਲ ਹੈ ਜਿਹੜੀ ਇਹਨੂੰ ਬਹੁਤੇ ਜਿਹੜੇ ਪੋਲੀਟੀਕਲ ਕਮੈਂਟੇਟਰ ਆ ਉਹ ਮੰਨਦੇ ਨਹੀਂ ਗੇ। ਪਰ ਜਦੋਂ ਅਸੀਂ ਇੰਡੀਆ ਤੋਂ ਬਾਹਰ ਮੁਲਕਾਂ ਦੇ ਵਿੱਚ ਦੇਖਦੇ ਹਾਂ ਕਿ ਵਿਦਵਾਨ ਇੱਥੇ ਕੀ ਕਹਿ ਰਹੇ ਆ। ਹੁਣ ਅਮਰੀਕਾ ਦੇ ਵਿੱਚ ਕਾਲਿਆਂ ਦਾ ਸੰਘਰਸ਼ ਚੱਲ ਰਿਹਾ, ਉਸ ਸੰਬੰਧ ਦੇ ਵਿੱਚ ਵਿਦਵਾਨ ਕੀ ਕਹਿੰਦੇ ਆ ਵੀ ਜਿਹੜਾ ਵਾਈਟ ਸੁਪਰੀਮੇਸੀ ਦਾ ਲੌਜਿਕ ਆ ਸਾਰਾ, ਉਹ ਕੱਲਾ ਇਹ ਨਹੀਂ ਗਾ ਕਿ ਟੌਪ ਤੇ ਇੱਕ ਗਲਤ ਬੰਦਾ ਆ ਗਿਆ ਟਰੰਪ ਤੇ ਉਹਦੇ ਕਰਕੇ ਇਹ ਸਾਰਾ ਕੁਛ ਹੋ ਰਿਹਾ। ਨੋ, ਵਾਈਟ ਸੁਪਰੀਮੇਸੀ ਦਾ ਮਤਲਬ ਹੈ ਕਿ ਜੇ ਭਾਵੇਂ ਲੀਡਰ ਜਿਹੜਾ ਮਰਜ਼ੀ ਆ, ਭਾਵੇਂ ਲੀਡਰ ਕਾਲਾ ਵੀ ਬਣ ਜਾਵੇ, ਓਬਾਮਾ ਜਿਵੇਂ, ਪਰ ਕਾਲਿਆਂ ਨਾਲ ਧੱਕਾ ਹੁਣ ਬੰਦ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਕਿਉਂਕਿ ਜਿਹੜੀ ਮੈਜੋਰਟੀ ਵਾਈਟ ਕਮਿਊਨਿਟੀ ਹੈ, ਜਿਹਦੇ ਕੋਲੇ ਸਾਰੀ ਪਾਵਰ ਹੈ ਹੇਠਾਂ ਤੋਂ ਲੈ ਕੇ ਉੱਤੇ ਤੱਕ ਜਿਹਦੇ ਕੋਲੇ ਸਾਰੀ ਪਾਵਰ ਹੈ, ਉਹਦੇ ਮਨ ਦੇ ਵਿੱਚ, ਉਹਦੇ ਅੰਦਰ ਇਹ
ਤਮੰਨਾ ਹੈ, ਉਹਦੇ ਅੰਦਰ ਇਹ ਖਾਹਿਸ਼ ਆ ਵੀ ਅਸੀਂ ਇਹਨਾਂ ਨੂੰ ਮਾਰਨਾ, ਕਿ ਅਸੀਂ ਇਹਨਾਂ ਨੂੰ ਦੱਬ ਕੇ ਰੱਖਣਾ। ਸੋ ਇਹ ਜਿਹੜੀ ਇੱਕ ਆਮ ਬੰਦੇ ਤੱਕ ਖਾਹਿਸ਼ ਗਈ ਹੁੰਦੀ ਹੈ, ਉਹੀ ਰਾਜਨੀਤਿਕ ਲੀਡਰਾਂ ਦੇ ਰਾਹੀਂ ਆਪਦੀ ਪੂਰਤੀ ਕਰਦੀ ਹੈ। ਤੇ ਇੰਡੀਆ ਤੋਂ ਵੱਡੀ ਇਸ ਗੱਲ ਦੀ ਕੋਈ ਉਦਾਹਰਨ ਨਹੀਂ ਗੀ। ਇੰਡੀਆ ਦੇ ਵਿੱਚ 1984 ਤੋਂ ਬਾਅਦ ਪਹਿਲਾਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਫਿਰ ਦਿੱਲੀ ਤੇ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਤੇ ਉਦੋਂ ਬਾਅਦ ਦੇ ਵਿੱਚ ਬਹੁਤ ਵੱਡੀ ਮੈਜੋਰਟੀ ਨਾਲ ਕਾਂਗਰਸ ਪਾਰਟੀ ਹੈ ਜਿਹੜੀ ਉਹ ਜਿੱਤਦੀ ਹੈ। ਅੱਛਾ, ਇੱਕ ਗੱਲ ਹੋਰ, ਮੈਂ ਜਿਹੜੇ ਗੋਬਿੰਦ ਠੁਕਰਾਲ ਜੀ ਬੜੇ ਅੱਛੇ ਜਰਨਲਿਸਟ ਹੋਏ ਨੇ, ਮੈਂ ਉਹਨਾਂ ਨੇ ਇੱਕ ਟੀਵੀ ਇੰਟਰਵਿਊ 'ਚ ਗੱਲਬਾਤ ਕਰ ਰਿਹਾ ਸਾਂ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸੰਤ ਭਿੰਡਰਾਂ ਵਾਲਿਆਂ ਨੂੰ ਮਿਲੇ ਹੋ? ਉਹ ਕਹਿੰਦੇ ਮੈਂ ਬਹੁਤ ਲੰਬੀਆਂ ਮੀਟਿੰਗਸ ਉਹਨਾਂ ਨਾਲ ਕੀਤੀਆਂ ਨੇ। ਸੰਤ ਕਰਤਾਰ ਸਿੰਘ ਹੋਰਾਂ ਦੇ ਸਵਰਗਵਾਸ ਹੋਣ ਤੋਂ ਪਿੱਛੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉੱਭਰ ਕੇ ਸਾਹਮਣੇ ਆਏ ਇੱਕ ਸਿੱਖ ਲੀਡਰ ਦੇ ਤੌਰ ਦੇ ਉੱਤੇ, ਲੇਕਿਨ ਉਸ ਤੋਂ ਬਾਅਦ ਇੰਨੇ ਸ਼ਕਤੀਸ਼ਾਲੀ ਕਿਵੇਂ ਬਣ ਗਏ? ਜਿੰਨੀ ਸ਼ਕਤੀ ਬਾਅਦ ਦੇ ਵਿੱਚ ਉਹਨਾਂ ਨੂੰ ਮਿਲੀ ਕਿ ਕੇਂਦਰ ਦੀ ਸਰਕਾਰ ਤੱਕ ਤਰਪਕਣ ਲੱਗ ਪਈ, ਇੰਨੀ ਪਾਵਰ ਤੇ ਇੰਨੀ ਸ਼ਕਤੀ ਕਿਵੇਂ ਆਈ? ਦੇਖੋ ਜੀ, ਜਿਹੜੀ ਇੱਕ ਤਾਂ ਸੰਤਾਂ ਦੇ ਵਿਰੋਧੀ ਵੀ ਇੱਕ ਗੱਲ ਮੰਨਦੇ ਆ ਵੀ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਕ੍ਰਿਸ਼ਮਾ ਸੀ, ਤੇ ਉਹ ਕ੍ਰਿਸ਼ਮਾ ਜਿਹੜਾ ਉਹਨਾਂ ਦੇ ਬੋਲ ਆ ਜਿਹੜੇ ਉਹ ਕੌਮ ਨੂੰ ਟੁੰਬਦੇ ਸੀ। ਦੇਖੋ, ਜਿਹੜੀ ਮੈਂ ਜਿਹੜੀ ਸਰਕਾਰੀ ਸਾਜ਼ਿਸ਼ ਉਹਨਾਂ ਨੂੰ, ਜਿਹੜੀ ਲੋਕ ਕਹਿੰਦੇ ਆ ਕਿ ਉਹਨਾਂ ਨੂੰ ਖੜੇ ਹੋਣ ਪਿੱਛੇ ਵੀ ਸਰਕਾਰੀ ਸਾਜ਼ਿਸ਼ ਸੀ ਕੋਈ, ਮੈਂ ਨਹੀਂ ਇਹਨੂੰ ਮੰਨਦਾ। ਕਿਉਂ ਨਹੀਂ ਮੰਨਦਾ? ਕਿਉਂਕਿ ਮੇਰਾ ਵੀ ਇਲਾਕਾ ਜਿਹੜਾ ਉਹਨਾਂ ਦੇ ਪਿੰਡ ਦੇ ਨੇੜੇ ਦਾ ਹੀ ਆ। ਮੇਰੇ ਨਾਨਕੇ ਜਿਹੜੇ ਉਹਨਾਂ ਦੇ ਪਿੰਡ ਦੇ ਬਿਲਕੁਲ ਨਾਲ ਸੀਗੇ। ਸੋ ਜਿਹੜੀਆਂ ਉੱਥੋਂ ਸਾਨੂੰ ਪਿੰਡਾਂ ਦੇ ਵਿੱਚੋਂ ਗੱਲਾਂ ਸੁਣਨ ਨੂੰ ਮਿਲੀਆਂ, ਉਹ ਇਹ ਹੈ ਕਿ ਉਹਨਾਂ ਨੂੰ ਜਦੋਂ ਮਿਲਦੇ ਸੀ ਨਾ ਲੋਕ, ਤਾਂ ਇੱਕ ਟਰਾਂਸਫੋਰਮੇਸ਼ਨ ਬੰਦੇ ਦੇ ਵਿੱਚ ਆ ਜਾਂਦੀ ਸੀ। ਹੁਣ ਇਹ ਗੱਲ ਹੈ ਜਿਹੜੀ, ਇਹ ਸ਼ੁਰੂ ਤੋਂ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਸਪਿਰਿਚੁਅਲੀ ਜ਼ਿਆਦਾ ਬੰਦੇ ਐਡਵਾਂਸ ਹੁੰਦੇ ਆ, ਜਿਨ੍ਹਾਂ ਨੇ ਕੋਈ ਸਪਿਰਿਚੁਅਲ ਅਚੀਵਮੈਂਟ ਕੀਤੀ ਹੋਈ ਹੁੰਦੀ, ਗੁਰਬਾਣੀ ਨਾਲ ਬਹੁਤ ਜ਼ਿਆਦਾ ਜੁੜੇ ਹੁੰਦੇ ਆ, ਉਹਨਾਂ ਦੇ ਬੋਲਾਂ ਦੇ ਵਿੱਚ, ਉਹਨਾਂ ਦੀ ਤੱਕਣੀ ਦੇ ਵਿੱਚ, ਉਹਨਾਂ ਦੀ ਸ਼ੋਅ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਜਿਹੜੀ ਕਿ ਲੋਕਾਂ ਨੂੰ ਟੁੰਬਦੀ ਆ। ਸੋ ਇਹ ਮੇਰੇ ਖਿਆਲ ਦੇ ਵਿੱਚ ਜਿਹੜੀ ਟੁੰਬਣ ਵਾਲੀ ਗੱਲ ਸੀ ਨਾ, ਜਿਹੜੀ ਆਪਾਂ ਕਹਿੰਦੇ ਆ ਵੀ ਭਿੰਡਰਾਂ ਵਾਲਾ ਸੰਤ ਸਿਪਾਹੀ ਜਿਹਨੇ ਸੁੱਤੀ ਕੌਮ ਜਗਾਈ। ਸੋ ਸੁੱਤੀ ਕੌਮ ਨੂੰ ਜਗਾਉਣ ਵਾਲਾ ਉਹਨਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਕ੍ਰਿਸ਼ਮਾ ਸੀਗਾ, ਜਿਹਦੇ ਕਰਕੇ ਕੌਮ ਨੇ ਉਹਨਾਂ ਨੂੰ ਇੰਨਾ ਵੱਡਾ ਰਿਸਪੌਂਸ ਦਿੱਤਾ। ਦੂਜੀ ਗੱਲ ਜਿਹੜੀ, ਤੁਸੀਂ ਠੁਕਰਾਲ ਸਾਹਿਬ ਬਹੁਤ ਵੱਡੇ ਪੱਤਰਕਾਰ ਸੀਗੇ, ਪਰ ਉਹਨਾਂ ਦੀ ਇੱਕ ਗੱਲ ਨਾਲ ਮੈਂ ਸਹਿਮਤ ਨਹੀਂ ਗਾ ਕਿ ਸੰਤ ਜਿਹੜੇ ਉਹ ਸੱਚੇ ਸੁੱਚੇ ਸਿੱਖ ਸੀ, ਪਰ ਸਿਆਸੀ ਤਿਗੜਮਬਾਜ਼ੀ ਉਹਨਾਂ ਨੂੰ ਨਹੀਂ ਸੀ ਆਉਂਦੀ। ਸਿਆਸੀ ਉਹਨਾਂ ਦਾ ਇਹਨਾਂ ਗੱਲਾਂ ਦੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਗਾ। ਕਿਉਂ ਨਹੀਂ? ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਸਿਆਸੀ ਚਾਲਾਂ ਬਹੁਤ ਚੰਗੀ ਤਰ੍ਹਾਂ ਸਮਝ ਆਉਂਦੀਆਂ ਸੀ, ਪਰ ਉਹਨਾਂ ਦੀ ਖੇਡ ਹੀ ਕੋਈ ਹੋਰ ਸੀ, ਉਹਨਾਂ ਦਾ ਮਕਸਦ ਹੀ ਕੋਈ ਹੋਰ ਸੀ। ਉਹ ਲੜ ਰਹੀ ਆਦਰਸ਼ਾਂ ਲਈ ਰਹੇ ਸੀ, ਉਹ ਪਾਵਰ ਗੇਮ ਦੇ ਵਿੱਚ ਹੈ ਹੀ ਨਹੀਂ ਸੀ। ਸੋ ਉਹ ਉਹੋ ਜਿਹੀਆਂ ਤਿਗੜਮਬਾਜ਼ੀਆਂ ਲੜਾਉਂਦੇ ਕਿਉਂ? ਕਿਉਂਕਿ ਉਹੋ ਜਿਹੀਆਂ ਤਿਗੜਮਬਾਜ਼ੀਆਂ ਤਾਂ ਉਹ ਬੰਦਾ ਲੜਾਊਗਾ ਨਾ ਜਿਹੜਾ ਆਪਦੇ ਨਿੱਜੀ ਲਾਲਚਾਂ ਦੇ ਲਈ ਸੱਤਾ ਹਥਿਆਉਣੀ ਚਾਹੁੰਦਾ, ਜਿਹਦੇ ਅੰਦਰ ਕੋਈ ਨਿੱਜ ਦਾ ਲਾਲਚ ਨਹੀਂ ਗਾ, ਜਿਹਦੀ ਲੜਾਈ ਹੀ ਕੌਮ ਲਈ ਹੈ। ਉਹਨੇ ਉਹ ਤਿਗੜਮਬਾਜ਼ੀਆਂ ਕਰਨੀਆਂ ਕਿਉਂ ਹੈ? ਪਰ ਜੇ ਉਹਨਾਂ ਦੀ ਤੁਸੀਂ ਧਿਆਨ ਨਾਲ ਉਹਨਾਂ ਦੀਆਂ ਸਪੀਚਾਂ ਤੇ ਉਹਨਾਂ ਦੀਆਂ ਇੰਟਰਵਿਊਆਂ ਸੁਣੋ, ਉਹਦੇ ਵਿੱਚੋਂ ਇਹ ਗੱਲ ਬਹੁਤ ਸਪਸ਼ਟ ਹੈ ਕਿ ਉਹਨਾਂ ਨੂੰ ਸਿਆਸੀ ਚਾਲਾਂ ਦੀ ਬਹੁਤ ਡੂੰਘੀ ਚੰਗੀ ਤਰ੍ਹਾਂ ਸਮਝ ਸੀ। ਪੰਜਾਬ ਦੇ ਵਿੱਚ ਪਹਿਲੀ ਵਾਰੀ ਜੇ ਕਿਸੇ ਨੇ ਮੀਡੀਆ ਦਾ ਇਫੈਕਟਿਵ ਕ੍ਰਿਟੀਕ ਦਿੱਤਾ ਤਾਂ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸੀ। ਇੱਕ ਗੱਲ ਹੋਰ ਪ੍ਰਭ ਸਿਮਰਨ ਜੀ, ਕਿ ਜਦੋਂ ਕਿਸੇ ਚੀਜ਼ ਦੀ ਰੀਅਲ ਅਸੈਸਮੈਂਟ ਕਰਨੀ ਹੁੰਦੀ ਆ, ਫਿਰ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਲੋਕ ਆ, ਪੜ੍ਹੇ ਲਿਖੇ ਲੋਕ ਆ, ਉਹ ਬੈਠ ਕੇ ਕਈ ਗੱਲਾਂ ਪ੍ਰਜ਼ਿਊਮ ਕਰਕੇ ਕਿ ਲੈਟਸ ਫਰਜ਼ ਕਰੀਏ ਕਿ 1984 ਦਾ ਜਿਹੜਾ ਇਹ ਘੱਲੂਘਾਰਾ ਜੇ ਨਾ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਸਿੱਖ ਕੌਮ ਨੂੰ ਸਬਕ ਸਿਖਾਉਣ ਵਾਲੀ ਗੱਲ ਸੀ ਉਹ ਕਿਸੇ ਹੋਰ ਰੂਪ 'ਚ ਵਾਪਰਨੀ ਸੀ। ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਉਹਨਾਂ ਦੇ ਜਿਹੜੇ ਜੰਗਜੂ ਸਾਥੀ ਸਨ ਉਹ ਹਰਿਮੰਦਰ ਸਾਹਿਬ ਦੇ ਵਿੱਚ ਨਾ ਬੈਠਦੇ, ਉਹ ਕਿਸੇ ਹੋਰ ਥਾਂ ਤੇ ਹੁੰਦੇ, ਤਾਂ ਕੋਈ ਫਿਰ ਹੋਰ ਤਰੀਕਾ ਲੱਭਿਆ ਜਾਂਦਾ। ਫਿਰ ਕਿਸ ਤਰੀਕੇ ਨਾਲ ਉਹ ਸਬਕ ਸਿਖਾ ਸਕਦੇ ਸਨ? ਕੀ ਉਹਨਾਂ ਨੂੰ ਇਹ ਮੌਕਾ ਮਿਲ ਗਿਆ? ਤੁਸੀਂ ਜਦੋਂ ਦੇਖਦੇ ਹੋ, ਤੁਸੀਂ ਤੇ ਤੁਹਾਡੇ ਸਾਥੀ ਬੈਠ ਕੇ ਸੋਚ ਵਿਚਾਰ ਕਰਦੇ ਹੋ, ਤੁਸੀਂ ਕਿਵੇਂ ਦੇਖਦੇ ਹੋ ਜੇ 1984 ਦਾ ਇਹ ਸਾਕਾ ਨਾ ਹੁੰਦਾ ਤੇ ਫਿਰ ਕੀ ਹੋਣਾ ਸੀ? ਫਿਰ ਵੀ ਦਰਬਾਰ ਸਾਹਿਬ ਤੇ ਹਮਲਾ ਹੋਣਾ ਹੀ ਹੋਣਾ ਸੀਗਾ। ਉਹਦਾ ਇੱਕ ਸਬੂਤ ਹੈ ਕਿ 1955 ਦੇ ਵਿੱਚ ਵੀ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਭੇਜੀ ਗਈ ਸੀ ਕਿਸੇ ਨਿੱਕੀ ਮੋਟੀ ਗੱਲ ਕਰਕੇ। ਹੁਣ ਇਹ ਤਾਂ ਇੱਕ ਬਹਾਨਾ ਸੀ, ਜਿਹੜੀ ਤਿਆਰੀ 2 ਸਾਲ ਪਹਿਲਾਂ ਚੱਲ ਚੁੱਕੀ ਸੀ। ਜੇ
ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਨਾ ਜਾਂਦੇ ਤਾਂ ਵੀ ਕੋਈ ਨਾ ਕੋਈ ਬਹਾਨਾ ਬਣਾ ਕੇ ਜਿਹੜਾ ਹਮਲਾ ਤਾਂ ਹੋ ਹੀ ਜਾਣਾ ਸੀਗਾ। ਜਿਹੜਾ ਅਸੀਂ ਨਿੱਕੇ ਹੁੰਦੇ ਕਹਾਣੀ ਪੜ੍ਹਦੇ ਹੁੰਦੇ ਸੀਗੇ ਲੇਲੇ ਤੇ ਬਘਿਆੜ ਦੀ, ਸੋ ਉਹ ਕਹਾਣੀ ਇੱਥੇ ਲਾਗੂ ਹੁੰਦੀ ਸੀ ਕਿ ਜਦੋਂ ਪਾਵਰ ਆ ਗਈ ਹਿੰਦੂਆਂ ਕੋਲੇ ਤਾਂ ਉਹਨਾਂ ਨੇ ਇਹ ਕੰਮ ਤਾਂ ਸਿੱਖਾਂ ਨੂੰ ਬੇਪਤ ਤਾਂ ਉਹਨਾਂ ਨੇ ਕਰਨਾ ਹੀ ਕਰਨਾ ਸੀ, ਹਿਊਮੀਲੀਏਟ ਤਾਂ ਕਰਨਾ ਹੀ ਕਰਨਾ ਸੀ। ਸੋ ਇਹਦਾ ਮਕਸਦ ਆ ਜਿਹੜਾ ਉਹ ਕਲੈਕਟਿਵ ਹਿਊਮੀਲੀਏਸ਼ਨ ਸੀ, ਨਾ ਕਿ ਕਿਸੇ ਲਹਿਰ ਨੂੰ ਦਬਾਉਣਾ। ਲਹਿਰ ਹੈ ਜਿਹੜੀ ਉਹ ਮੋਸਟਲੀ ਪੀਸਫੁਲ ਸੀ। ਧਰਮਯੁੱਧ ਮੋਰਚਾ ਜਿਹੜੇ ਇਨਸੀਡੈਂਟ ਹੋਏ ਵਾਇਲੈਂਟ ਉਹ ਇੰਨੇ ਕੁ ਘੱਟ ਸੀ, ਜਦੋਂ ਤੁਸੀਂ ਅੱਜ ਉਹਦਾ ਡਾਟਾ ਕੱਢ ਕੇ ਦੇਖਦੇ ਆ ਤਾਂ ਤੁਹਾਨੂੰ ਪਤਾ ਲੱਗਦਾ ਵੀ ਸੰਨ 1983 ਦੇ ਵਿੱਚ ਪੰਜਾਬ ਆ ਜਿਹੜਾ ਬਾਕੀ ਇੰਡੀਆ ਦੇ ਸੂਬਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਸ਼ਾਂਤ ਸੀ। ਕਤਲਾਂ ਦੀ ਗਿਣਤੀ ਆ ਜਿਹੜੀ ਸਾਰੇ ਇੰਡੀਆ ਦੇ ਵਿੱਚ ਸਿਰਫ ਇੱਕ ਸੂਬਾ ਸਿੱਕਮ ਸੀ ਜਿੱਥੇ ਪੰਜਾਬ ਨਾਲੋਂ ਕਤਲਾਂ ਦੀ ਗਿਣਤੀ ਘੱਟ ਸੀ, ਤੇ ਥੱਲਿਓਂ ਦੂਜੇ ਨੰਬਰ ਤੇ ਸੀ ਕਤਲਾਂ ਦੀ ਗਿਣਤੀ ਦੇ ਵਿੱਚ ਪੰਜਾਬ। ਇਹ ਹਊਆ ਬਣਾਇਆ ਗਿਆ ਝੂਠ ਮਾਰ ਕੇ, ਤੇ ਇਸ ਝੂਠ ਦੇ ਵਿੱਚ ਸਰਕਾਰ ਕੱਲੀ ਨਹੀਂ ਸੀ। ਇਸ ਝੂਠ ਦੇ ਵਿੱਚ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀ, ਇੰਟਲੈਕਚੁਅਲ, ਸਾਹਿਤਕਾਰ ਇਹ ਸਾਰੇ ਸਰਕਾਰ ਨਾਲ ਰਲੇ ਹੋਏ ਸੀ। ਤੇ ਇੱਕ ਇੰਟਰਨੈਸ਼ਨਲ ਗੇਮ ਬਹੁਤ ਵੱਡੀ ਚੱਲ ਰਹੀ ਸੀ ਜਿਹਦੇ ਤੇ ਹਜੇ ਤੱਕ ਵੀ ਬਹੁਤੇ ਵਿਦਵਾਨਾਂ ਨੇ ਧਿਆਨ ਨਹੀਂ ਦਿੱਤਾ। ਮੈਂ ਹੁਣ ਕੱਲ ਹੀ ਇੱਕ ਕਿਤਾਬ ਪੜ੍ਹ ਰਿਹਾ ਸੀ, ਇੱਕ ਉਸ ਵੇਲੇ ਸੋਵੀਅਤ ਰਸ਼ੀਆ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਸੀ KGB, ਉਹਦਾ ਇੱਕ ਏਜੰਟ ਸੀਗਾ, ਉਹਦਾ ਨਾਮ ਸੀ ਵਾਸਲੀ ਮਿਤਰੋਖਿਨ। 1992 ਦੇ ਵਿੱਚ ਉਹ ਰਸ਼ੀਆ ਨੂੰ ਛੱਡ ਕੇ ਇੰਗਲੈਂਡ ਆ ਗਿਆ ਤੇ ਨਾਲ ਟਰੰਕ ਭਰ ਕੇ ਡਾਕੂਮੈਂਟਸ ਦਾ ਲੈ ਆਇਆ। ਉਹਨਾਂ ਡਾਕੂਮੈਂਟਸ ਦੇ ਬੇਸ ਤੇ ਉਹਨੇ ਫਿਰ ਇੱਕ ਕਿਤਾਬ ਲਿਖੀ, ਉਹਦਾ ਨਾਮ ਹੈ ਦੀ ਮਿਤਰੋਖਿਨ ਆਰਕਾਈਵ। ਉਹਦੇ 2 ਪਾਰਟ ਆ, ਮਿਤਰੋਖਿਨ ਆਰਕਾਈਵ 1 ਤੇ 2। ਉਹਦੇ ਵਿੱਚ ਇੱਕ ਜਿਹੜਾ ਇੰਡੀਆ ਵਾਲਾ ਚੈਪਟਰ ਹੈ, ਉਹਦੇ ਚੋਂ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ, ਮੇਰੇ ਸਾਹਮਣੇ ਹੁਣ ਕਿਤਾਬ ਖੁੱਲੀ ਪਈ ਹੈ, ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਕਹਿੰਦਾ ਅਸੀਂ ਡਾਕੂਮੈਂਟ ਆ ਜਿਹੜੇ ਉਹ ਝੂਠੇ ਡਾਕੂਮੈਂਟ ਬਣਾ ਕੇ ਕਿ CIA ਤੇ ਅਮਰੀਕਾ ਦੀ ਏਜੰਸੀ CIA ਤੇ ISI ਪਾਕਿਸਤਾਨ ਦੀ ਇਹ ਸਿੱਖ ਖਾੜਕੂਆਂ ਨੂੰ ਉਤਸ਼ਾਹ ਦੇ ਰਹੇ ਆ, ਉਹਨਾਂ ਦੀ ਮਦਦ ਕਰ ਰਹੇ ਆ। ਉਹ ਅਸੀਂ ਇਸਲਾਮਾਬਾਦ ਦੇ ਵਿੱਚ ਜਿਹੜੇ ਇੰਡੀਅਨ ਡਿਪਲੋਮੈਟ ਹੁੰਦੇ ਸੀ ਉਹਨਾਂ ਨੂੰ ਦਿੰਦੇ ਸੀ, ਤੇ ਉਹ ਉਹੀ ਚਿੱਠੀਆਂ ਜਿਹੜੀਆਂ ਝੂਠੀਆਂ ਉਹ ਗਾਂ ਦਿੱਲੀ ਨੂੰ ਭੇਜ ਦਿੰਦੇ ਸੀਗੇ। ਹੋਲਡ ਕਰਕੇ ਰੱਖਣਾ ਪ੍ਰੋਫੈਸਰ ਜੀ, ਰਸ਼ੀਆ ਅਤੇ UK ਇਸ ਦੇ ਵਿੱਚ ਕਿਵੇਂ ਇਨਵੋਲਵ ਰਹੇ? ਉਸ ਵੇਲੇ ਦੀ ਕਾਂਗਰਸ ਸਰਕਾਰ ਨਾਲ ਕਿਸ ਤਰੀਕੇ ਨਾਲ ਇਨਵੋਲਵ ਸੀ? ਉਹ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ ਵਪਾਰਕ ਸੰਦੇਸ਼ਾਂ ਤੋਂ ਪਿੱਛੋਂ। Red FM ਕੁਝ ਸਮਝ ਨਹੀਂ ਆ ਰਿਹਾ ਨਾ, ਏਦਾਂ ਹੀ ਹੁੰਦਾ ਹੈ ਜਦੋਂ ਇੰਸ਼ੋਰੈਂਸ ਬਾਰੇ ਸਾਨੂੰ ਕੁਝ ਨਹੀਂ ਪਤਾ ਹੁੰਦਾ, ਪਰ ਜਦੋਂ ਤੁਹਾਡੇ ਨਾਲ ਥਿੰਕ ਇੰਸ਼ੋਰੈਂਸ ਹੋਵੇ ਤਾਂ ਲਾਈਫ ਸੈੱਟ ਹੈ। ਸਾਰਾ ਕੁਝ ਆਨਲਾਈਨ 24/7 ਸਿਰਫ ਇੱਕ ਕਲਿੱਕ ਤੇ। ਚੈੱਕ ਇੰਸ਼ੋਰੈਂਸ ਰੇਟਸ, ਕੰਪੇਅਰ, ਅਪਲਾਈ ਐਂਡ ਗੈਟ ਅ ਕੋਟ ਆਨਲਾਈਨ। ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ 89.1 ਤੇ 93.1 CKYE ਫਰੀडम ਮੋਬਾਈਲ ਵਾਲੇ ਸੂਚਨਾ ਦੇ ਰਿਹਾ ਕਿ ਆਪਣੇ ਕਸਟਮਰਸ ਦੀ ਸਹੂਲਤ ਲਈ ਫਰੀडम ਮੋਬਾਈਲ ਦੀਆਂ 2 ਲੋਕੇਸ਼ਨਸ ਖੋਲੀਆਂ ਜਾ ਰਹੀਆਂ। ਬਿੱਲ ਪੇਮੈਂਟ, ਐਕਟੀਵੇਸ਼ਨ ਜਾਂ ਕੋਈ ਹੋਰ ਜੀ ਗੱਲਬਾਤ ਕਰ ਰਹੇ ਹਨ ਜਿਹੜੇ PhD ਦੇ ਵਿਦਿਆਰਥੀ ਨੇ ਤੇ UBC ਦੇ ਵਿੱਚ ਪੜ੍ਹਾਉਂਦੇ ਨੇ। ਉਹ ਦੱਸ ਰਹੇ ਨੇ ਕਿ ਜਿਹੜਾ ਘੱਲੂਘਾਰਾ ਹੋਇਆ 1984 ਦਾ, ਉਹਦੇ ਆਲੇ ਦੁਆਲੇ ਹਾਲਾਤ ਕਿਹੋ ਜਿਹੇ ਸਨ ਤੇ ਦਰਅਸਲ ਉਸ ਵੇਲੇ ਦੀ ਸਰਕਾਰ ਕੀ ਕਰਨਾ ਚਾਹੁੰਦੀ ਸੀ। ਪ੍ਰੋਫੈਸਰ ਜੀ, ਇੱਕ ਗੱਲ ਤੋਂ ਬਹੁਤ ਸਾਰੇ ਲੋਕ ਸਾਡੇ ਸੁਣਨ ਵਾਲੇ ਵੀ ਉਹ ਹੈਰਾਨ ਹੁੰਦੇ ਨੇ ਕਿ ਇੰਦਰਾ ਗਾਂਧੀ ਦੇ ਐਜ਼ ਐਨ ਐਡਮਿਨਿਸਟ੍ਰੇਟਰ ਬਹੁਤ ਸਾਰੇ ਸਲਾਹਕਾਰ ਸੀ, ਜਿਨ੍ਹਾਂ 'ਚ ਕਈ ਲਾਇਕ ਵਿਅਕਤੀ ਵੀ ਸਨ, ਕਈ ਫੌਜੀ ਅਫਸਰ ਵੀ ਸੀਗੇ ਔਰ ਮਿਸਟਰ ਸਿਨਹਾ ਵਰਗੇ ਲੋਕ ਸੀਗੇ। ਉਹਨਾਂ ਨੇ ਉਹਨਾਂ ਨੂੰ ਦੱਸਿਆ ਨਹੀਂ ਵੀ ਜਿਹੜਾ ਤੁਸੀਂ ਆ ਕੰਮ ਕਰਨ ਲੱਗੇ ਹੋ ਇਸ ਦਾ ਬਹੁਤ ਐਡਵਰਸ ਇਫੈਕਟ ਪੈਣਾ। ਬਿਲਕੁਲ ਦੱਸਿਆ ਜੀ, ਉਹਨਾਂ ਨੂੰ ਕਈ ਲੋਕਾਂ ਨੇ ਇਹ ਗੱਲ ਕਹੀ ਕਿ ਨਹੀਂ ਅਟੈਕ ਕਰਨਾ ਚਾਹੀਦਾ, ਪਰ ਇੰਦਰਾ ਗਾਂਧੀ ਇਸ ਗੱਲ ਵਾਸਤੇ ਬਜ਼ਿੱਦ ਸੀ ਤੇ ਉਹਦੀ ਕੈਲਕੂਲੇਸ਼ਨ ਇੰਦਰਾ ਗਾਂਧੀ ਦੀ ਸੀ ਕਿ ਜੇ ਮੈਂ ਅਟੈਕ ਕਰਦੀ ਹਾਂ ਤਾਂ ਮੈਨੂੰ ਵੱਡੇ ਪੱਧਰ ਤੇ ਹਿੰਦੂਆਂ ਦੀਆਂ ਵੋਟਾਂ ਪੈਣਗੀਆਂ। ਉਹ ਕੈਲਕੂਲੇਸ਼ਨ ਠੀਕ ਸੀ। ਹੁਣ ਗੱਲ ਫਿਰ ਉੱਥੇ ਆ ਜਾਂਦੀ ਹੈ ਜਿਹੜੀ ਗੱਲ ਕੋਈ ਕਰਨਾ ਨਹੀਂ ਚਾਹੁੰਦਾ, ਕਿ ਸਮੱਸਿਆ ਜਿਹੜੀ ਹੈ ਲੀਡਰ ਤੋਂ ਵੀ ਵੱਡੀ ਸਮੱਸਿਆ ਜਿਹੜੀ ਉਹ ਆਮ ਬੰਦੇ ਦੇ ਵਿੱਚ ਪਈ ਨਫ਼ਰਤ ਹੁੰਦੀ ਹੈ ਬਹੁ ਗਿਣਤੀ ਦੇ ਵਿੱਚ। ਜਿੰਨਾ ਚਿਰ ਬਹੁ ਗਿਣਤੀ ਦੇ ਮਨਾਂ ਦੇ ਵਿੱਚੋਂ ਉਹ ਘੱਟ ਗਿਣਤੀ ਪ੍ਰਤੀ ਨਫ਼ਰਤ ਨਹੀਂ ਨਿਕਲਦੀ, ਭਾਵੇਂ ਅਮਰੀਕਾ ਦੀ ਗੱਲ ਆ ਭਾਵੇਂ ਇੰਡੀਆ ਦੀ ਗੱਲ ਆ, ਉਹਨਾਂ ਚਿਰ ਜਿਹੜਾ ਸਮਾਜ ਆ ਜਿਹੜਾ ਉਹ ਸਿੱਧੇ ਪਾਸੇ ਤੁਰ ਨਹੀਂ ਸਕਦਾ।
ਸੋ ਲੀਡਰ ਦਾ ਕੋਈ ਨਾ ਕੋਈ ਅਪਰਚੂਨਿਸਟ ਲੀਡਰ ਦਾ ਕੋਈ ਨਾ ਕੋਈ ਆ ਹੀ ਜਾਣਾ ਉਸ ਨਫ਼ਰਤ ਨੂੰ ਕੈਸ਼ ਕਰਨ ਵਾਲਾ। ਪਹਿਲਾਂ ਇੰਦਰਾ ਗਾਂਧੀ ਸੀ, ਹੁਣ ਮੋਦੀ ਹੈ। ਸੋ ਪਰ ਉਸ ਨਫ਼ਰਤ ਦਾ ਤੁਸੀਂ ਕੀ ਕਰੋਗੇ, ਉਹਦੀ ਟਰਾਂਸਫੋਰਮੇਸ਼ਨ ਕਿਵੇਂ ਹੋਵੇ, ਇਹ ਤਾਂ ਬਹੁਤ ਵੱਡਾ ਸਵਾਲ ਆ। ਅੱਛਾ, ਉਸ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ, ਐਨਾਲਾਈਜ਼ ਕਰਦੇ ਹਾਂ, ਆਪਣੇ ਕੋਲ ਲਿਮਿਟਿਡ ਟਾਈਮ ਹੈ, 1984 ਤੋਂ ਬਾਅਦ ਜਿਹੜਾ ਪੋਸਟ ਘੱਲੂਘਾਰਾ ਪੀਰੀਅਡ ਹੈ 1984 ਤੋਂ ਬਾਅਦ, ਉਹਦੇ 'ਚ ਫਿਰ ਕੀ ਤਬਦੀਲੀਆਂ ਆਈਆਂ? ਦੇਖੋ, ਉਹਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ। ਇਸ ਦੌਰ ਨੂੰ 1984 ਤੋਂ ਬਾਅਦ ਦੇ ਦੌਰ ਨੂੰ ਮੇਰੇ ਖਿਆਲ ਦੇ ਵਿੱਚ ਹਜੇ ਤੱਕ ਸਮਝਿਆ ਨਹੀਂ ਗਿਆ। ਇੱਕ ਤਾਂ ਮੈਂ ਇਹ ਸਮਝਦਾ ਕਿ ਜੂਨ 1984, ਨਵੰਬਰ 1984 ਤੇ ਉਹਦੇ ਤੋਂ ਬਾਅਦ 1992-93 ਤੱਕ ਦਾ ਸਮਾਂ ਜਿਹੜਾ ਇਹ ਸਿੱਖਾਂ ਦੇ ਕੰਟੀਨਿਊਅਸ ਜੈਨੋਸਾਈਡ ਦਾ ਸਮਾਂ। ਇਹ ਜੈਨੋਸਾਈਡ ਦੇ 3 ਵੱਖੋ ਵੱਖਰੇ ਰੂਪ ਸੀਗੇ। ਸੋ 92-93 ਦੇ ਵਿੱਚ ਆ ਕੇ ਸਿੱਖਾਂ ਦਾ ਜਿਹੜਾ ਇੱਕ ਬਹੁਤ ਵੱਡਾ ਘਾਣ ਆ ਜਿਹੜਾ ਉਹ ਜਦੋਂ ਸਰਕਾਰ ਨੇ ਕਰ ਲਿਆ, ਤੇ ਜਦੋਂ ਸਰਕਾਰ ਨੂੰ ਲੱਗਿਆ ਕਿ ਇਹ ਹੁਣ ਸਾਡੇ ਵਾਸਤੇ ਬਹੁਤ ਵੱਡਾ ਖਤਰਾ ਨਹੀਂ ਰਹੇ, ਤੇ ਉਸ ਤੋਂ ਬਾਅਦ ਫਿਰ ਜਿਹੜੀ ਟੈਕਟਿਕਸ ਆ ਜਿਹੜੇ ਉਹ ਸਰਕਾਰ ਦੇ ਚੇਂਜ ਹੋ ਗਏ। ਤੇ 1992-93 ਦੇ ਸਮੇਂ ਦੇ ਦੌਰਾਨ ਹੀ ਮੈਨੂੰ ਯਾਦ ਹੈ ਕਿ ਨਿਓ ਲਿਬਰਲ ਗਲੋਬਲਾਈਜੇਸ਼ਨ ਇੰਡੀਆ ਦੇ ਵਿੱਚ ਆਉਂਦੀ ਹੈ। ਫੋਰਨ ਸੈਟੇਲਾਈਟ ਟੈਲੀਵਿਜ਼ਨ ਸਟੇਸ਼ਨ ਇੰਡੀਆ ਦੇ ਵਿੱਚ ਇੰਟਰੋਡਿਊਸ ਹੁੰਦੇ ਆ, ਤੇ ਉਦੋਂ ਹੀ ਪੰਜਾਬ ਦੇ ਵਿੱਚ ਅਖਾੜਾ ਸੱਭਿਆਚਾਰ ਆ ਜਿਹੜਾ ਨਵੀਂ ਗਾਇਕੀ ਹੈ ਜਿਹੜੀ ਔਰਤਾਂ ਪ੍ਰਤੀ ਵੀ ਘਟੀਆ ਸ਼ਬਦਾਵਲੀ ਵਰਤਦੀ ਹੈ ਤੇ ਜਿਹੜੀ ਨਸ਼ੇ ਨੂੰ ਪ੍ਰਮੋਟ ਕਰਦੀ ਹੈ, ਉਹ ਗਾਇਕੀ ਨੂੰ ਬਹੁਤ ਵੱਡੇ ਪੱਧਰ ਤੇ ਸਰਕਾਰੀ ਪੱਧਰ ਤੇ ਉਸ ਗਾਇਕੀ ਨੂੰ ਹੈ ਜਿਹੜਾ ਉਹ ਉਤਸ਼ਾਹਿਤ ਕੀਤਾ ਗਿਆ। ਸੋ ਜਿਹੜਾ ਅਸੀਂ ਅੱਜ ਨਸ਼ਿਆਂ ਦੀ ਮਾਰ ਵੇਖ ਰਹੇ ਹਾਂ ਵੀ ਪੰਜਾਬ ਚੱਲ ਰਿਹਾ, ਉਹਦੇ ਵੀ ਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਘੱਲੂਘਾਰੇ ਨਾਲ ਜੁੜੇ ਹੋਏ ਆ। ਕਿਉਂਕਿ ਮੂਵਮੈਂਟ ਹੈ ਜਿਹੜੀ, ਦੇਖੋ ਮੂਵਮੈਂਟ ਦੇ ਅਖੀਰਲੇ ਦਿਨਾਂ ਦੇ ਵਿੱਚ ਪੰਜਾਬੀ ਦੇ ਨਾਮਵਰ ਲੇਖਕ ਸੰਤ ਸਿੰਘ ਸੇਖੋਂ ਨੇ ਇੱਕ ਲੇਖ ਲਿਖਿਆ ਸੀ, ਤੇ ਉਹਨਾਂ ਨੇ ਉਸ ਲੇਖ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਜਿੰਨਾ ਚਿਰ ਪੰਜਾਬ ਦੀਆਂ ਮਾਵਾਂ ਪੁੱਤ ਜੰਮਣੋਂ ਨਹੀਂ ਹਟਦੀਆਂ ਤੇ ਇੱਥੇ ਖਾੜਕੂ ਆ ਜਿਹੜੇ ਉਹ ਬਣਨੋਂ ਵੀ ਬੰਦ ਨਹੀਂ ਹੋ ਸਕਦੇ। ਮੇਰੇ ਖਿਆਲ ਦੇ ਵਿੱਚ ਸਰਕਾਰ ਨੇ ਇਸ ਗੱਲ ਦਾ ਰਿਸਪੌਂਸ ਆ ਜਿਹੜਾ ਉਹ ਇਹ ਦਿੱਤਾ ਕਿ ਦੇਖੋ, ਜੇ ਪੁੱਤ ਜਿੰਨਾ ਚਿਰ ਜਾਂਦੇ ਰਹਿਣੇ ਆ, ਜੇ ਉਹਨਾਂ ਨੇ ਖਾੜਕੂ ਬਣਨਾ ਤਾਂ ਅਸੀਂ ਖਾੜਕੂ ਬਣਨ ਤੋਂ ਪਹਿਲਾਂ ਹੀ ਉਹਨਾਂ ਨੂੰ ਨਸ਼ੇੜੀ ਬਣਾ ਦੇਣਾ। ਤੇ ਇਹ ਕੁਛ ਹੱਦ ਤੱਕ ਅਸੀਂ ਜਿਹੜਾ ਪਿਛਲੇ 20-30 ਸਾਲਾਂ ਦਾ ਇਤਿਹਾਸ ਸਾਡਾ ਅਸੀਂ ਵੇਖਦੇ ਆ ਵੀ ਕੁਛ ਹੱਦ ਤੱਕ ਕਾਫੀ ਹੱਦ ਤੱਕ ਇਹ ਗੱਲ ਸਟ੍ਰੈਟਜੀ ਹੈ ਜਿਹੜੀ ਉਹ ਕਾਮਯਾਬ ਵੀ ਹੋਈ ਆ। ਨਹੀਂ, ਮੇਰਾ ਖਿਆਲ ਇਹ ਗੱਲ ਤਾਂ ਨਿਖਰ ਕੇ ਸਾਹਮਣੇ ਆ ਗਈ ਆ ਕਿ ਪੋਸਟ 1984 ਏਰਾ ਦੇ ਵਿੱਚ ਭਾਵੇਂ ਉਹ ਪੁਲਿਸ ਏਜੰਸੀ ਸਨ ਜਾਂ ਉਸ ਵੇਲੇ ਦੀਆਂ ਸਰਕਾਰਾਂ ਸੀ, ਉਹ ਇਹ ਗੱਲ ਨੂੰ ਤਾਂ ਸ਼ਰੇਆਮ ਉਤਸ਼ਾਹਿਤ ਕਰਨ ਲੱਗ ਪਈਆਂ ਸੀ ਕਿ ਗਾਉਣ ਵਾਲਿਆਂ ਦੇ ਰੂਪ ਦੇ ਵਿੱਚ, ਮੇਲੇ ਮੁਸਾਹਵਿਆਂ ਦੇ ਵਿੱਚ ਜਾਂ ਹੋਰ ਇਸ ਕਿਸਮ ਦੇ ਐਂਟਰਟੇਨਮੈਂਟ ਇੰਡਸਟਰੀ ਨੂੰ ਹੋਰ ਪ੍ਰਫੁੱਲਤ ਕਰਕੇ ਤੇ ਨੌਜਵਾਨਾਂ ਦਾ ਧਿਆਨ ਉੱਧਰ ਖਿੱਚਿਆ ਜਾਏ, ਤਾਂ ਕਿ ਜਿਹੜਾ ਅਸਲੀ ਇਸ਼ੂ ਸੀ ਉਸ ਵਕਤ ਦਾ, ਜਿਸ ਇਸ਼ੂ ਨੂੰ ਬਾਰ-ਬਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਾਹਮਣੇ ਲੈ ਕੇ ਆਏ। ਕਿਉਂਕਿ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਕੈਪਟਨ ਹੋਣੀ ਕਰਨ ਲੱਗ ਪਏ, ਉਹ ਗੱਲ ਤਾਂ ਬਹੁਤ ਦੇਰ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਅੱਗੇ ਲੈ ਆਂਦੀ ਸੀ। ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਸੀ, ਪੰਜਾਬ ਦੇ ਪਾਣੀਆਂ ਦੀ ਗੱਲ ਉਹ ਹਰ ਰੋਜ਼ ਕਰਦੇ ਸਨ। ਸੋ ਜਿਹੜੇ ਪੰਜਾਬ ਦੇ ਬਹੁਤੇ ਹੱਕਾਂ ਨੂੰ ਲਈ ਜਦੋਂ ਜਹਿਦ ਉਸ ਵੇਲੇ ਸ਼ੁਰੂ ਕੀਤੀ ਸੀ, ਫਿਰ ਤਾਂ ਉਹ ਬਾਅਦ ਦੇ ਵਿੱਚ ਸਰਕਾਰੀ ਬੋਲੀ ਬੋਲਣ ਵਾਲੇ ਵੀ ਗੱਲਾਂ ਕਰਨ ਲੱਗ ਪਏ ਸਨ। ਸੋ ਉਸ ਵੇਲੇ ਇਹ ਤਾਂ ਡਿਲਿਬਰੇਟ ਐਫਰਟਸ ਕੀਤੀਆਂ ਗਈਆਂ ਕਿ ਉਹ ਯੂਥ ਨੂੰ ਦੂਸਰੇ ਪਾਸੇ ਲਾਇਆ ਜਾਏ, ਪੰਜਾਬ ਦੇ ਹੱਕਾਂ ਦੀ, ਪੰਜਾਬ ਦੀਆਂ ਸਮੱਸਿਆਵਾਂ ਨਾਲੋਂ ਉਹਨਾਂ ਨੂੰ ਤੋੜ ਕੇ ਤੇ ਉਹਨਾਂ ਨੂੰ ਡਿਸਟਰੈਕਟ ਕੀਤਾ ਜਾਏ। ਹਾਂਜੀ, ਬਿਲਕੁਲ। ਇਹ ਤੇ ਗੱਲ ਤੁਸੀਂ ਸਹਿਮਤ ਹੋ ਨਾ ਇਸ ਨਾਲ ਦਾ? ਹਾਂਜੀ। ਤੇ ਹੁਣ ਤੱਕ ਜਿਹੜੀ ਉਹ ਲਹਿਰ ਪੈਦਾ ਹੋਈ ਸੀ, ਉਹਦੇ ਵਿੱਚ ਤਾਂ ਉਹ ਜਿਹੜੇ ਲੋਕ ਸਨ ਕਾਮਯਾਬ ਰਹੇ ਡਿਸਟਰੈਕਟ ਕਰਨ ਦੇ ਵਿੱਚ, ਉਹ ਲਹਿਰ ਵੀ ਬਹੁਤ ਮੱਠੀ ਪੈ ਗਈ। ਹੁਣ ਤੁਸੀਂ ਪੰਜਾਬ ਨੂੰ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਆ ਜਿਹੜਾ, ਉਹ ਸਾਰਾ ਪੰਜਾਬ ਦਾ ਇਤਿਹਾਸ ਆ ਜਿਹੜਾ, ਖਾਸ ਕਰਕੇ ਪਿਛਲੇ 400-500 ਸਾਲ ਦਾ, ਉਹ ਬਹੁਤ ਉਥਲ ਪੁਥਲ ਵਾਲਾ। ਪੰਜਾਬ ਡਿੱਗਦਾ ਵੀ ਹੈ ਤੇ ਡਿੱਗ ਕੇ ਉੱਠਦਾ ਵੀ ਹੈ। ਸੋ ਪੰਜਾਬ ਤੋਂ ਮੈਨੂੰ ਤਾਂ ਇਹ ਆਸ ਹੈ ਵੀ ਸਿੱਖ ਪੰਥ ਵੀ ਆ ਜਿਹੜਾ ਉਹਨੇ ਉੱਠ ਹੀ ਖੜਨਾ ਇੱਕ ਦਿਨ। ਪੰਥ ਨੇ ਉੱਠਦਾ ਹੀ ਰਹਿਣਾ ਡਿੱਗ ਡਿੱਗ ਕੇ। ਸੋ ਇਹ ਜਿਹੜੇ ਵਕਤੀ ਉਤਰਾਅ ਚੜਾਅ ਜਿਹੜੇ ਉਹ ਆਉਂਦੇ ਰਹਿੰਦੇ ਆ, ਪਰ ਹਰ ਪੀੜ੍ਹੀ ਨੂੰ ਆਪਦੀ ਜ਼ਿੰਮੇਵਾਰੀ ਪਛਾਣਨੀ ਪੈਂਦੀ ਹੈ।
ਕਿ ਉਹ ਇਤਿਹਾਸ ਦੇ ਦੌਰ ਦੇ ਵਿੱਚ ਜਿਹਦੇ ਵਿੱਚ ਅਸੀਂ ਜਿਉਂ ਰਹੇ ਹਾਂ, ਇਹਦੇ 'ਚ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ। ਸੋ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਆ ਜਿਹੜਾ ਸਾਡੇ ਭਵਿੱਖ ਬਾਰੇ, ਉਹ ਇਹ ਪੁੱਛਿਆ ਜਾਣਾ ਚਾਹੀਦਾ ਵੀ ਅਸੀਂ ਕੀ ਕੰਟਰੀਬਿਊਟ ਕਰ ਸਕਦੇ ਹਾਂ, ਅਸੀਂ ਕੀ ਕਰ ਸਕਦੇ ਹਾਂ। ਸੋ ਉਸ ਸੰਬੰਧ ਦੇ ਵਿੱਚ ਮੇਰੀ ਪਹਿਲੀ ਬੇਨਤੀ ਇਹ ਹੈ ਕਿ ਵਾਇਲੈਂਸ ਆ ਜਿਹੜੀ ਉਹਦੇ ਦੋ ਰੂਪ ਹੁੰਦੇ ਆ। ਇੱਕ ਹੁੰਦੀ ਹੈ ਸਿੱਧੀ ਵਾਇਲੈਂਸ, ਸਰੀਰਕ ਫਿਜ਼ੀਕਲ ਵਾਇਲੈਂਸ, ਤੇ ਇੱਕ ਹੁੰਦੀ ਹੈ ਸ਼ਬਦੀ ਹਿੰਸਾ, ਜਿਹਨੂੰ ਇੰਗਲਿਸ਼ 'ਚ ਡਿਸਕਰਸਿਵ ਵਾਇਲੈਂਸ ਆਪਾਂ ਕਹਿ ਲੈਂਦੇ। ਸੋ ਜਿਹੜੀ ਸਿੱਖਾਂ ਨੇ ਜਿਹੜੀ ਫਿਜ਼ੀਕਲ ਵਾਇਲੈਂਸ ਹੈ ਉਹਦਾ ਹਮੇਸ਼ਾ ਹੀ ਇਤਿਹਾਸ ਦੇ ਵਿੱਚ ਬਹੁਤ ਡਟ ਕੇ ਮੁਕਾਬਲਾ ਕੀਤਾ, ਪਰ ਇਸ ਦੌਰ ਦੇ ਵਿੱਚ 1984 ਤੋਂ ਬਾਅਦ ਵਾਲੇ ਦੌਰ ਦੇ ਵਿੱਚ ਜਿਹੜੀ ਡਿਸਕਰਸਿਵ ਵਾਇਲੈਂਸ ਆ ਉਹਦੇ ਅੱਗੇ ਸਿੱਖ ਮੇਰੇ ਖਿਆਲ ਦੇ ਵਿੱਚ ਥੋੜਾ ਜਿਹਾ ਹਾਰ ਗਏ, ਪਿੱਛੇ ਰਹਿ ਗਏ। ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਇੱਕ ਅਜੀਬ ਸਥਿਤੀ ਪੰਜਾਬ ਦੀ ਬਣੀ ਹੋਈ ਸੀ, ਜਿਹੜੀ ਬਾਕੀ ਸਾਰੀ ਦੁਨੀਆ ਨਾਲੋਂ ਵੱਖਰੀ ਹੈ। ਉਹ ਇਹ ਹੈ ਕਿ ਜਿਹੜੇ ਸਾਡੇ ਲੈਫਟਿਸਟ ਸੈਕੂਲਰ ਲਿਬਰਲ ਇੰਟੈਲੈਕਚੁਅਲ ਇਲੀਟ ਸੀ, ਇੰਟੈਲੈਕਚੁਅਲ ਤੇ ਲਿਟਰੇਰੀ ਇਲੀਟ, ਆਮ ਕਰਕੇ ਤਾਂ ਜਿੱਥੇ ਵੀ ਸੰਘਰਸ਼ ਚੱਲਦਾ, ਭਾਵੇਂ ਉਹ ਕਸ਼ਮੀਰ ਦਾ ਹੋਵੇ, ਭਾਵੇਂ ਉਹ ਫਲਸਤੀਨ ਦਾ ਹੋਵੇ, ਭਾਵੇਂ ਉਹ ਕਿਸੇ ਹੋਰ ਜਗ੍ਹਾ ਦਾ ਹੋਵੇ, ਉੱਥੋਂ ਦੀ ਇੰਟੈਲੈਕਚੁਅਲ ਇਲੀਟ ਹੈ ਜਿਹੜੀ ਉਹ ਸੰਘਰਸ਼ ਦੇ ਲੋਕਾਂ ਦੇ ਨਾਲ ਖੜਦੀ ਹੈ, ਸਰਕਾਰ ਦੇ ਵਿਰੁੱਧ ਖੜਦੀ ਹੈ। ਪਰ ਪੰਜਾਬ ਦੇ ਵਿੱਚ ਇਹ ਉਲਟ ਹੋਇਆ। ਉਹਦੇ ਪਿੱਛੇ ਜਿਹੜੀ ਮੈਂ ਤੁਹਾਨੂੰ ਰਸ਼ੀਆ ਵਾਲੀ ਗੱਲ ਦੱਸ ਕੇ ਹਟਿਆ, ਕਿਉਂਕਿ ਪੰਜਾਬ ਦੇ ਖੱਬੇ ਪੱਖੀਆਂ ਨੂੰ ਫੰਡ ਵੀ ਰਸ਼ੀਆ ਤੋਂ ਆਉਂਦੇ ਸੀ ਤੇ ਹੁਕਮ ਵੀ ਰਸ਼ੀਆ ਤੋਂ ਆਉਂਦੇ ਸੀ ਵੀ ਹੁਣ ਤੁਸੀਂ ਆਹ ਕਰਨਾ ਤੇ ਆਹ ਨਹੀਂ ਕਰਨਾ, ਤੇ ਉਹਨਾਂ ਹੀ ਪਾਲਿਸੀ ਤੇ ਉਹ ਚੱਲਦੇ ਵੀ ਸੀਗੇ। ਇਸ ਕਰਕੇ ਉਹਨਾਂ ਨੇ ਪੰਜਾਬ ਵਿਰੋਧੀ, ਸਿੱਖ ਵਿਰੋਧੀ ਪੋਜੀਸ਼ਨ ਲੈ ਲਈ 84 ਤੋਂ ਬਹੁਤ ਪਹਿਲਾਂ ਹੀ, ਤੇ ਅੱਜ ਤੱਕ ਵੀ ਉਹਨਾਂ ਦੀ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਪੋਜੀਸ਼ਨ ਆ ਜਿਹੜੀ ਉਹ ਤੁਰੀ ਆਉਂਦੀ ਹੈ। ਹੁਣ ਜਿਹੜੀ ਸ਼ਬਦੀ ਹਿੰਸਾ, ਉਹਦਾ ਮੁਕਾਬਲਾ ਕਰਨ ਵਾਸਤੇ ਤੁਹਾਨੂੰ ਵੀ ਉਸ ਖੇਤਰ ਦੇ ਵਿੱਚ ਕੋਈ ਨਾ ਕੋਈ ਟ੍ਰੇਨਿੰਗ ਲੈਣੀ ਪੈਂਦੀ ਹੈ। ਇਸ ਕਰਕੇ ਉਸੇ ਟ੍ਰੇਨਿੰਗ ਦੇ ਸਿਰ ਤੇ ਹੀ ਤੁਸੀਂ ਜਾ ਕੇ ਅੱਗੇ ਉਹਦਾ ਮੁਕਾਬਲਾ ਕਰ ਸਕਦੇ ਆ। ਸਿੱਖਾਂ ਦੇ ਵਿੱਚ ਜਿਹੜੀ ਸਮੱਸਿਆ ਪੈਦਾ ਹੋਈ ਬਈ ਜਦੋਂ ਦਾ ਸਿੱਖਾਂ ਦਾ ਰਾਜ ਗਿਆ, ਉਦੋਂ ਦੀਆਂ ਸਿੱਖ ਸੰਸਥਾਵਾਂ ਖੁਰ ਰਹੀਆਂ ਜਾਂ ਜਾਣ ਬੁੱਝ ਕੇ ਖੋਰੀਆਂ ਜਾ ਰਹੀਆਂ। ਜਿਹੜੀਆਂ ਪਰੰਪਰਾਗਤ ਸਿੱਖ ਸੰਸਥਾਵਾਂ ਸੀਗੀਆਂ ਉਹਨਾਂ ਦਾ ਰੂਪ ਉਹ ਨਹੀਂ ਰਿਹਾ। ਸਮੇਂ ਦੇ ਨਾਲ ਜਿਹੜਾ ਉਹਨਾਂ ਨੇ ਇਵੋਲਵ ਕਰਨਾ ਸੀ, ਉਵੇਂ ਉਹਨਾਂ ਸੰਸਥਾਵਾਂ ਤੋਂ ਗੁਲਾਮੀ ਦੇ ਕਾਰਨ ਇਵੋਲਵ ਨਹੀਂ ਕੀਤਾ ਗਿਆ। ਇਸ ਕਰਕੇ ਜਿਹੜੀ ਸਿੱਖ ਇੰਟੈਲੈਕਚੁਅਲ ਕਲਾਸ, ਜਿਹੜੀ ਲਿਟਰੇਰੀ ਕਲਾਸ ਪੈਦਾ ਹੋਣੀ ਸੀਗੀ, ਉਹ ਪੈਦਾ ਹੋ ਨਹੀਂ ਸਕੀ, ਕਿਉਂਕਿ ਸੰਸਥਾਵਾਂ ਜਿਹੜੀਆਂ ਉਹਨਾਂ ਦੀ ਸੁਰ, ਉਹਨਾਂ ਦਾ ਰੁਖ, ਉਹਨਾਂ ਦਾ ਵਤੀਰਾ ਜਿਹੜਾ ਉਹ ਸਿੱਖ ਵਿਰੋਧੀ ਹੈ। ਤੇ ਉੱਥੇ ਜਿਹੜੇ ਵਿਦਿਆਰਥੀ ਜਾਂਦੇ ਉਹਨਾਂ ਦੀ ਕੰਡੀਸ਼ਨਿੰਗ ਵੀ ਉਸੇ ਤਰੀਕੇ ਨਾਲ ਕਰ ਦਿੱਤੀ ਜਾਂਦੀ ਹੈ। ਖਾਸ ਕਰਕੇ ਪੰਜਾਬ ਦੀਆਂ ਜਿਹੜੀਆਂ ਉੱਚ ਵਿੱਦਿਆ ਦੀਆਂ ਸੰਸਥਾਵਾਂ, ਯੂਨੀਵਰਸਿਟੀਆਂ, ਕਾਲਜ, ਉਹਨਾਂ ਦੇ ਉੱਤੇ ਵੀ ਆਮ ਕਰਕੇ ਬਹੁਤਾ ਕਰਕੇ ਖੱਬੇ ਪੱਖੀਆਂ ਦਾ ਕਬਜ਼ਾ, ਤੇ ਉਹੋ ਜੀ ਨਵੇਂ ਵਿਦਿਆਰਥੀਆਂ ਦੇ ਵਿੱਚ ਖਾਸ ਕਰਕੇ ਜਿਹੜੇ ਸਾਹਿਤ ਪੜ੍ਹਨ ਦੀ ਰੁਚੀ ਰੱਖਦੇ ਹੁੰਦੇ ਆ, ਉਹਨਾਂ ਦੀ ਉਹੋ ਜੀ ਕੰਡੀਸ਼ਨਿੰਗ ਜਾਂਦਿਆਂ ਦੀ ਕਰ ਦਿੰਦੇ ਆ। ਸੋ ਇੱਕ ਵਾਰੀ ਜਦੋਂ ਬੰਦਾ ਪੋਜੀਸ਼ਨ ਲੈ ਲੈਂਦਾ, ਫਿਰ ਤੁਸੀਂ ਉਹਦੇ ਨਾਲ ਜਿੰਨੀ ਮਰਜ਼ੀ ਆਰਗੂਮੈਂਟ ਕਰੀ ਚਲੋ, ਜਦੋਂ ਇੱਕ ਵਾਰੀ ਬੰਦੇ ਨੇ ਗਲਤ ਪੋਜੀਸ਼ਨ ਲੈ ਲਈ, ਫਿਰ ਉਹਨੂੰ ਇੱਕ ਆਪਣੀ ਨਿੱਜੀ ਜਿੱਦ ਬਣਾ ਲੈਂਦਾ ਤੇ ਉਹਦੇ ਤੇ ਖੜਿਆ ਰਹਿੰਦਾ। ਸੋ ਹੁਣ ਪੰਜਾਬ ਇਸ ਘੁੰਮਣ ਘੇਰੀ ਦੇ ਵਿੱਚ ਫਸ ਗਿਆ ਕਿ ਇਹਨੂੰ ਇੰਟੈਲੈਕਚੁਅਲ ਰਿਪਰੈਜ਼ੈਂਟੇਸ਼ਨ, ਸਾਡੇ ਸਹੀ ਮੁੱਦੇ ਆ, ਜਿਹੜਾ ਸਾਡੀ ਪੀੜ ਹੈ ਜਿਹੜੀ, ਉਹਨੂੰ ਇੰਟੈਲੈਕਚੁਅਲ ਰਿਪਰੈਜ਼ੈਂਟੇਸ਼ਨ ਨਹੀਂ ਮਿਲ ਰਹੀ। ਓ ਆਈ ਸੀ। ਬਾਈ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ ਨੇ। ਅੱਜ ਆਪਣੇ ਕੋਲ ਟਾਈਮ ਲਿਮਿਟਡ ਆ, ਫਿਰ ਵੀ ਤੁਹਾਡੇ ਨਾਲ ਗੱਲਬਾਤ ਹੋਏਗੀ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਕਈ ਗੱਲਾਂ ਤੁਸੀਂ ਬਹੁਤ ਨਿਖਾਰੀਆਂ ਨੇ, ਜਿਹੜੀਆਂ ਲੋਕਾਂ ਦੇ ਸਾਹਮਣੇ ਆਈਆਂ ਨੇ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਥੈਂਕ ਯੂ ਵੀਰ ਜੀ। ਓਕੇ ਜੀ।